ਸੁਰਿੰਦਰ ਸ਼ਿੰਦਾ ਜੀ ਦੇ ਜਾਣ ਦੇ ਨਾਲ ਹਰ ਕੋਈ ਸਦਮੇ ਦੇ ਵਿੱਚ ਹੈ ਤੇ ਅੱਜ ਤੁਹਾਨੂੰ ਉਹਨਾਂ ਪਰਸਨੈਲਿਟੀਜ਼ ਦੇ ਨਾਲ ਮਿਲਵਾਉਣੇ ਜਿਨ੍ਹਾਂ ਨੇ ਉਹਨਾਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੇਵਾ ਕੀਤੀ ਹੈ। ਗੋਲਡੀ ਮੇਰੇ ਨਾਲ ਹੈਗੇ ਨੇ ਉਹਨਾਂ ਦੇ ਸ਼ਾਗਿਰਦ। ਸੋ ਸਰ ਜ਼ਰੂਰ ਜਾਣਨਾ ਚਾਹੂੰਗੀ ਤੁਹਾਡੇ ਤੋਂ ਕਿ ਐਸਾ ਕੀ ਹੋ ਗਿਆ ਕਿ ਉਹਨਾਂ ਨੂੰ ਹਸਪੀਟਲ ਲਿਜਾਣਾ ਪੈ ਗਿਆ? ਐਸਾ ਕੀ ਮਤਲਬ ਇੰਨੀ ਕਿਹੜੀ ਦਿੱਕਤ ਹੋ ਗਈ ਕਿ ਪੇਟ ਦੀ ਪ੍ਰੋਬਲਮ ਤੋਂ ਹੀ ਇੰਨੀ ਜ਼ਿਆਦਾ ਦਿੱਕਤ ਵੱਧ ਗਈ? ਉਹਨਾਂ ਦੇ 22 ਤਰੀਕ ਨੂੰ ਪੇਨ ਹੋਈ ਸੀ ਰਾਤ ਨੂੰ। ਇੱਥੇ ਘਰ ਦੇ ਕੋਲ ਹੀ ਇੱਥੇ BRS ਨਗਰ ਫਿਰੋਜ਼ਪੁਰ ਰੋਡ ਦੇ ਉੱਤੇ ਰਘੂਨਾਥ ਹਸਪੀਟਲ ਹੈ ਜੀ। ਹਸਪੀਟਲ ਦੇ ਵਿੱਚ ਇਹ ਆਪਣੇ ਆਪ ਹੀ ਗਏ ਸੀ ਰਾਤ ਨੂੰ, ਕਿਉਂਕਿ ਮੈਂ ਇਹਨਾਂ ਕੋਲੋਂ 8:30 9 ਦੇ ਕਰੀਬ ਆਪਣੇ ਘਰ ਚਲਾ ਗਿਆ ਸੀ ਤੇ ਰਾਤੀ ਮੇਰੇ ਨਾਲ ਕੋਈ ਇਹਨਾਂ ਦੀ ਗੱਲ ਨਹੀਂ ਹੋ ਪਾਈ। ਇਹਨਾਂ ਨੇ ਕਾਲ ਕੀਤੀ ਵੀ ਸੀ, ਕੋਈ ਰਾਤ ਦਾ ਸਮਾਂ ਸੀ, ਨਹੀਂ ਅਟੈਂਡ ਕਰ ਪਾਇਆ ਮੈਂ ਕਾਲ। ਵੈਸੇ ਮੈਂ ਇਹਨਾਂ ਦੀ ਅੱਧੀ ਹਾਕ ਤੇ ਜਦੋਂ ਵੀ ਮਾਰੀ ਇਹਨਾਂ ਨੇ ਮੈਂ ਹਾਜ਼ਰ ਹੋਇਆ ਤੇ ਇਹ ਆਪਣੇ ਆਪ ਐਡਮਿਟ ਵੀ ਹੋਏ ਨੇ ਜਾ ਕੇ। ਉੱਥੇ 2-4 ਘੰਟੇ ਰਹੇ ਆ ਹਸਪੀਟਲ ਦੇ ਵਿੱਚ, ਪਰ ਉਹ ਹਸਪੀਟਲ ਦੇ ਵਿੱਚ ਕੋਈ ਰਿਪੋਰਟ ਜਾਂ ਕੋਈ ਸਕੈਨ ਕੁਛ ਇੱਦਾਂ ਦਾ ਨਹੀਂ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀ ਨਾਰਮਲੀ ਕੋਈ ਪੇਟ ਦੀ ਕੋਈ ਪ੍ਰੋਬਲਮ ਹੋਣੀ, ਦਰਦ ਹੋਣਾ ਤੇ ਚਲੋ ਕੋਈ ਨਹੀਂ, ਪੇਨ ਕਿਲਰ ਵਗੈਰਾ ਦਿੱਤੀ ਉਹਨਾਂ ਨੇ। ਤੇ ਜਦੋਂ ਸਵੇਰ ਤੱਕ ਦਰਦ ਨਹੀਂ ਬੰਦ ਹੋਇਆ ਤਾਂ ਇਹਨਾਂ ਨੇ ਡਾਕਟਰ ਮੱਲੀ ਜੀ ਨੇ ਇੱਥੇ ਫਿਰੋਜ਼ਪੁਰ ਰੋਡ ਦੇ ਉੱਤੇ ਔਰੀਸਨ ਹਸਪੀਟਲ ਦੇ ਵਿੱਚ ਉਹਨਾਂ ਨਾਲ ਕੰਟੈਕਟ ਕੀਤਾ ਤੇ ਸਵੇਰੇ ਮੇਰੇ ਨਾਲ ਇਹਨਾਂ ਦੀ ਗੱਲ ਹੋਈ ਅਰਲੀ ਮਾਰਨਿੰਗ। ਮੈਨੂੰ ਕਹਿੰਦੇ ਬੇਟਾ ਜਲਦੀ ਤੋਂ ਜਲਦੀ ਮੇਰੇ ਕੋਲੇ ਆ ਜਾ ਵੀ ਮੇਰੇ ਦਰਦ ਹੋ ਰਿਹਾ, ਪੇਟ 'ਚ ਮੇਰੀ ਜਾਨ ਨਿਕਲਦੀ ਜਾ ਰਹੀ ਹੈ। ਦਰਦ ਇੰਨਾ ਭੈੜਾ ਦਰਦ ਸੀਗਾ, ਮੈਨੂੰ ਵੀ ਲੱਗਿਆ ਮੈਂ ਕਿਹਾ ਜਿਵੇਂ ਕੋਈ ਸਟੋਨ ਵਗੈਰਾ ਦਾ ਪੇਨ ਹੁੰਦਾ ਇੱਦਾਂ ਦਾ ਕੋਈ ਸ਼ਾਇਦ ਦਰਦ ਹੋਵੇ ਵੀ ਮੈਂ, ਪਰ ਫਿਰ ਵੀ ਆ ਗਿਆ ਸੀਗਾ। ਫਿਰ ਕਾਫੀ ਦੇਰ ਘਰੇ ਇਹਨਾਂ ਕੋਲ ਬੈਠਾ ਵੀ ਰਿਹਾ। ਮੇਰੇ ਆਉਂਦੇ ਨੂੰ ਦੇਖਿਆ ਕਿ ਮੈਂ ਇਹ ਵੋਮਿਟ ਵਗੈਰਾ ਕਰਦੇ ਪਏ ਸੀ। ਬੀਜੀ ਸਾਡੇ ਇਹਨਾਂ ਦੇ ਵਾਈਫ ਨੇ ਜਿਹੜੇ, ਉਹ ਇਹਨਾਂ ਦੇ ਕੋਲ ਬੈਠੇ ਸੀ। ਮੈਂ ਜਦੋਂ ਆ ਕੇ ਬੈਠਿਆ ਫਿਰ ਇਹ ਲੇਟ ਗਏ। ਵੇਟ ਕੀਤੀ ਹਸਪੀਟਲ ਜਾਣ ਦੀ। ਜਦੋਂ ਅਸੀਂ ਹਸਪੀਟਲ ਗਏ ਆ ਤੇ ਉੱਥੇ ਜਾ ਕੇ ਵੀ ਹਾਲੇ ਇਹੀ ਵਹਿਮ ਸੀਗਾ ਕੋਈ ਸ਼ਾਇਦ ਕੋਈ ਸਟੋਨ ਵਗੈਰਾ ਦੀ ਪ੍ਰੋਬਲਮ ਹੋਣੀ ਹੈ। ਬਟ ਜਦੋਂ ਸਕੈਨ, ਅਲਟਰਾਸਾਊਂਡ, ਸਿਟੀ ਸਕੈਨ ਵਗੈਰਾ ਕੀਤੀ ਉਹ ਤੋਂ ਪਤਾ ਲੱਗਿਆ ਕਿ ਇਹਨਾਂ ਦੇ ਨਾ ਫੂਡ ਪਾਈਪ ਫਟ ਗਈ ਸੀ। ਹਾਂਜੀ, ਫੂਡ ਪਾਈਪ ਫਟਣ ਦੇ ਨਾਲ ਡਾਕਟਰਸ ਨੇ ਕਹਿਤਾ ਸੀਗਾ ਕਿ ਇਹਦਾ ਤਾਂ ਇਮੀਡੀਏਟਲੀ ਸਰਜਰੀ ਹੋਣੀ ਹੈ। ਤੇ ਬਸ ਕੁਛ ਇਹਨਾਂ ਨੇ ਥੋੜ੍ਹਾ ਜਿਹਾ ਆਪਣਾ ਯਕੀਨ ਨਹੀਂ ਬਣਾ ਪਾਏ ਡਾਕਟਰਾਂ ਦੇ ਉੱਤੇ। ਉਹਨਾਂ ਨੇ ਕਹਿਤਾ ਸੀ ਵੀ ਤੁਹਾਡੇ ਇੱਕ ਸਾਈਡ ਤੋਂ ਲੈਟਰਿਨ ਵਾਲੀ ਪਾਈਪ ਜਿਹੜੀ ਆ ਬਾਈਪਾਸ ਕਰਕੇ ਸਾਈਡ ਤੋਂ ਕੱਢਾਂਗੇ। ਫਿਰ ਹੁਣ ਇੰਨੀ ਵੱਡੀ ਪਰਸਨੈਲਿਟੀ ਇਹ ਚੀਜ਼ ਉਹਨਾਂ ਨੇ ਆਪਣੇ ਦਿਮਾਗ 'ਤੇ ਲੈ ਲਈ ਵੀ ਯਾਰ ਮੇਰੇ ਨਾਲ ਇੱਦਾਂ ਹੋਊਗਾ, ਵੀ ਇਹ ਸ਼ਾਇਦ ਡਾਕਟਰ ਮੈਨੂੰ ਬੇਵਕੂਫ ਬਣਾ ਰਿਹਾ। ਤੇ ਪਰ ਮੰਨੀ ਨਹੀਂ ਗੱਲ। ਉਦੋਂ 2 ਦਿਨ ਜਿਹੜਾ ਡਿਲੇ ਹੋਇਆ ਨਾ, ਆਪਰੇਸ਼ਨ ਡਿਲੇ ਹੋ ਗਿਆ, ਤੀਸਰੇ ਦਿਨ ਆਪਰੇਸ਼ਨ ਹੋਇਆ। ਤੇ ਉਸ ਆਪਰੇਸ਼ਨ ਤੋਂ ਪਹਿਲਾਂ ਇਹਨਾਂ ਦੇ ਉਹ ਜਿਹੜੀ ਇਨਫੈਕਸ਼ਨ ਸੀ ਉਹ ਬਲੱਡ ਦੇ ਵਿੱਚ ਚਲੀ ਗਈ। ਬਲੱਡ ਇਨਫੈਕਸ਼ਨ ਹੁਣ ਲਾਸਟ ਤੱਕ ਉਹਦਾ ਭੁਗਤਾਨ ਚੱਲਦਾ ਰਿਹਾ ਬਲੱਡ ਇਨਫੈਕਸ਼ਨ ਦਾ। ਹਾਂਜੀ, ਪਰ ਕਾਰਨ ਕੀ ਬਣੇ ਫੂਡ ਪਾਈਪ ਫਟਣ ਦੇ? ਕੁਛ ਵੀ ਕਹਿ ਸਕਦੇ ਹਾਂ। ਪਿਛਲੇ 2 ਮਹੀਨਿਆਂ ਤੋਂ ਥੋੜ੍ਹਾ ਜਿਹਾ ਫੀਲ ਕਰਦੇ ਸੀਗੇ, ਮਹਿਸੂਸ ਕਰਦੇ ਸੀਗੇ ਜਿਵੇਂ ਕਦੇ ਪੇਟ 'ਚ ਦਰਦ ਹੋਣ ਲੱਗ ਜਾਣਾ, ਕਦੇ ਲੂਜ਼ ਮੋਸ਼ਨ ਹੋ ਜਾਣੇ, ਕਦੇ ਪਿੱਠ 'ਚ ਦਰਦ ਹੋਣ ਲੱਗ ਜਾਣਾ। ਪਰ ਬਸ ਉਹੀ ਆਪਣੇ ਆਪ ਹੀ ਕੋਈ ਦਵਾਈ ਲੈ ਲੈਣੀ ਜਾਂ ਕੋਈ ਮਾੜਾ ਮੋਟਾ ਕੋਈ ਟਰੀਟਮੈਂਟ ਜਿਵੇਂ ਕਿਸੇ ਡਾਕਟਰ ਕੋਲੇ। ਪਰ ਇਹ ਨਹੀਂ ਪਤਾ ਸੀ ਇੱਕਦਮ ਇੱਦਾਂ ਦਾ ਵੀ ਕੁਝ ਹੋ ਸਕਦਾ। ਸੋ ਤੁਸੀਂ ਇਹਨਾਂ ਤੋਂ ਕਿੰਨੇ ਟਾਈਮ ਤੋਂ ਇਹਨਾਂ ਦੇ ਨਾਲ ਰਹਿ ਰਹੇ ਹੋ? ਔਰ ਜੇਕਰ ਮੈਂ ਜਾਣਨਾ ਚਾਹਾਂ, ਕਿਉਂਕਿ ਅੱਜ ਹਰ ਕੋਈ ਜਾਣਨਾ ਚਾਹੁੰਦਾ ਹੈ ਸੁਰਿੰਦਰ ਸ਼ਿੰਦਾ ਜੀ ਦੇ ਬਾਰੇ ਕਿ ਆਖਿਰ ਕਿਸ ਤਰ੍ਹਾਂ ਉਹ ਸਮਾਂ ਬਤੀਤ ਕਰਦੇ ਸੀ ਬਿਮਾਰ ਹੋਣ ਤੋਂ ਪਹਿਲਾਂ, ਕਿਸ ਤਰ੍ਹਾਂ, ਕਿਉਂਕਿ ਅਕਸਰ ਅਸੀਂ ਸੁਣਿਆ ਕਿ ਬੜੇ ਜੋਲੀ ਨੇਚਰ ਦੇ ਸੀ, ਜਿੱਥੇ ਬਹਿੰਦੇ ਸੀ ਉੱਥੇ ਰੌਣਕਾਂ ਲਗਾਉਂਦੇ ਸੀ। ਹਾਂਜੀ ਹਾਂਜੀ, ਮੈਂ ਜੀ ਉਹਨਾਂ ਦੇ ਨਾਲ ਘੱਟੋ ਘੱਟ 20 ਸਾਲ ਤੋਂ ਰਹਿ ਰਿਹਾ ਜੀ। 20 ਸਾਲ ਤੋਂ ਮੈਂ ਉਹਨਾਂ ਦੀ ਸੇਵਾ ਕਰ ਰਿਹਾ ਤੇ ਇੱਕ ਸ਼ਾਗਿਰਦ ਦੇ ਤੌਰ 'ਤੇ ਉਹਨਾਂ ਦੀ ਸੇਵਾ ਕੀਤੀ ਆ। ਤੇ ਜਿਹੜਾ ਉਹਨਾਂ ਦਾ ਸੁਭਾਅ ਬਾਰੇ ਤੁਸੀਂ ਗੱਲ ਕਰਦੇ, ਸੁਭਾਅ ਤਾਂ ਉਹਨਾਂ ਦਾ ਬੱਚਿਆਂ ਵਰਗਾ ਵੀ ਸੀਗਾ। ਤੇ ਜਦੋਂ ਬੱਚਿਆਂ 'ਚ ਬਹਿ ਜਾਣਾ ਉਹਨਾਂ ਨੇ ਬੱਚੇ ਬਣ ਜਾਣਾ। ਤੇ ਕਾਮੇਡੀ ਲੋਕੀ ਲਿਖਦੇ ਆ, ਕਾਮੇਡੀ ਲੋਕੀ ਸਿੱਖਦੇ ਆ, ਕਾਮੇਡੀ ਲੋਕੀ ਘਰੋਂ ਨੋਟ ਕਰਕੇ ਲੈ ਕੇ ਆਉਂਦੇ ਆ ਸਟੇਜਾਂ ਦੇ ਉੱਤੇ। ਹੋਰ ਜਿਹੜੇ ਆਰਟਿਸਟ ਨੇ ਕਾਮੇਡੀਅਨ ਜਾਂ ਹੋਰ ਵੀ ਕੋਈ ਗੱਲਾਂ ਕਰਦੇ ਆ ਵੀ ਉੱਥੇ ਜਾ ਕੇ ਆਹ ਗੱਲ ਸੁਣਾਉਣੀ, ਉੱਥੇ ਜਾ ਕੇ ਆਹ ਗੱਲ ਸੁਣਾਉਣੀ ਹੈ। ਇਹ ਇੱਕ ਐਸੇ ਫਨਕਾਰ ਸੀ ਤੇ ਜਿਨ੍ਹਾਂ ਨੇ ਕਦੇ ਕਾਮੇਡੀ ਸੋਚ ਕੇ ਨਹੀਂ ਕੀਤੀ। ਇਹਨਾਂ ਦੀ ਗੱਲਾਂ ਦੇ ਵਿੱਚ ਹੀ ਕਾਮੇਡੀ ਹੁੰਦੀ ਸੀ ਤੇ ਲੋਕ ਇਹ ਸੋਚਦੇ ਹੁੰਦੇ ਸੀਗੇ ਕਿ ਇਹਨਾਂ ਨੂੰ ਇੰਨੀਆਂ ਗੱਲਾਂ ਆਉਂਦੀਆਂ ਕਿੱਥੋਂ ਨੇ। ਤੇ ਬਹੁਤ ਗੱਲ ਫੁਰਦੀ ਸੀ, ਮਾਲਕ ਦੀ ਇੰਨੀ ਕਿਰਪਾ ਸੀ। ਬੈਠੇ ਬੈਠੇ ਕਹਿੰਦੇ ਸੀ ਅਸੀਂ ਤਾਂ ਸਾਡੀ ਤਾਂ ਆਪਣੀ ਫੈਕਟਰੀ ਹੈ ਨਾ ਚੀਜ਼ਾਂ ਦੀ, ਵੀ ਕਾਮੇਡੀ ਦੀ। ਅਸੀਂ ਕਿਸੇ ਤੋਂ ਪੁੱਛ ਕੇ ਜਾਂ ਕਿਸੇ ਦੀ ਨਕਲ ਕਰਕੇ ਨਹੀਂ ਕਰਦੇ। ਬਾਕੀ ਰਹੀ ਇਹਨਾਂ ਦੇ ਵਰਤਾਵ ਜਿਹੜਾ ਲੋਕਾਂ ਦੇ ਨਾਲ ਸੀਗਾ, ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦਾ ਕਿਸੇ ਦਾ ਹੋ ਸਕਦਾ। ਬਹੁਤ ਜ਼ਿਆਦਾ ਹਾਲ ਹੀ ਦੇ ਵਿੱਚ ਹੀ ਇੱਕ ਫਿਲਮ ਜਿਹੜੀ ਜਿਉਣਾ ਮੋੜ ਅਸੀਂ ਦੇਖਿਆ ਕਿ ਉਹਦੇ ਲਈ ਵੀ ਪ੍ਰਮੋਸ਼ਨਸ ਦੇ ਦੌਰਾਨ ਵੀ ਮਿਲੇ, ਸਾਰਿਆਂ ਨਾਲ ਰਾਬਤਾ ਕਾਇਮ ਕੀਤਾ, ਬਿਲਕੁਲ ਪਰਫੈਕਟ ਸੀਗੇ। ਕੋਈ ਲੱਗ ਨਹੀਂ ਸੀ ਰਿਹਾ ਕਿ ਬਿਮਾਰ ਨੇ ਜਾਂ ਆਉਣ ਵਾਲੇ ਟਾਈਮ 'ਚ ਇੱਦਾਂ ਹੋ ਸਕਦਾ। ਕਿਸੇ ਨੇ ਸੋਚਿਆ ਨਹੀਂ ਸੀਗਾ। ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਕਿ ਉਹਨਾਂ ਨੂੰ ਡਾਇਬਟੀਜ਼ ਵੀ ਸੀਗੀਆਂ। ਦੇਖੋ ਜੀ, ਉਹਨਾਂ ਦਾ ਸਭ ਤੋਂ ਵੱਡਾ ਸਿਹਤ ਖਰਾਬ ਹੋਣ ਦਾ ਕਾਰਨ ਡਾਇਬਟੀਜ਼ ਦੇ ਪੇਸ਼ੈਂਟ ਸੀਗੇ। ਉਹ ਤਾਂ ਸਾਨੂੰ ਜੱਟਾਂ ਦੱਸਦੇ ਸੀ, ਮੈਨੂੰ ਕਹਿੰਦੇ ਕਾਕਾ ਤੈਨੂੰ ਸ਼ੂਗਰ ਆ, ਤੂੰ ਐਂ ਕਰਿਆ ਕਰ, ਇੱਦਾਂ ਕਰਿਆ ਕਰ। ਸ਼ੂਗਰ ਵਾਲਾ ਤਾਂ ਬੰਦਾ ਦੇਖੋ, ਇਹ ਤਾਂ ਪਰਮਾਤਮਾ ਦੀ ਕਿਰਪਾ ਹੀ ਆ ਜੇ ਉਹ ਇੰਨੀ ਲੰਬੀ ਉਮਰ ਕੱਢ ਗਏ ਨੇ। ਤੇ ਪਰ ਉਹ ਆਪਣੇ ਸਰੀਰ ਦਾ, ਸਿਹਤ ਦਾ ਖਿਆਲ ਬਹੁਤ ਰੱਖਦੇ ਸੀ।
ਕਿਉਂਕਿ ਦੁਨੀਆ ਭਰ ਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਥੰਮ ਜਿਹਨੂੰ ਅਸੀਂ ਕਹਿੰਦੇ ਹਾਂ, ਪੰਜਾਬੀ ਸੱਭਿਆਚਾਰ ਦਾ ਬੁਰਜ ਜਿਹੜਾ ਅੱਜ ਢਹਿ ਗਿਆ ਤਾਂ ਨਹੀਂ ਦਿਲ ਕਰਦਾ ਕਹਿਣ ਨੂੰ, ਪਰ ਸਾਨੂੰ ਇਹ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਣਾ ਕਿਉਂਕਿ ਪਿਛਲੇ 1 ਮਹੀਨੇ ਤੋਂ ਉਹ ਹਸਪੀਟਲ ਦੇ ਵਿੱਚ ਸੀ। ਜਿਵੇਂ ਤਿਵੇਂ ਗੋਲਡੀ ਜੀ ਤਾਂ ਹਮੇਸ਼ਾ ਉਹਨਾਂ ਦੇ ਨਾਲ ਰਹੇ। ਚਲੋ ਅਸੀਂ ਤਾਂ ਕਿਤੇ ਕਿਤੇ ਜਾਂਦੇ ਰਹੇ ਤੇ ਪਰ ਜਿਹੜੀ ਗੱਲ ਦਾ ਡਰ ਸੀ ਅੱਜ ਉਹੀ ਹੋਈ ਕਿ ਅੱਜ ਸਵੇਰੇ 6:30 ਵਜੇ ਜਿਹੜਾ ਉਹਨਾਂ ਨੇ ਆਖਰੀ ਸਾਹ ਲਿਆ। ਤੇ ਲੇਕਿਨ ਫੂਡ ਪੈਪ ਸ਼ੂਗਰ ਵਾਲੇ ਦਾ ਤਾਂ ਜਿਵੇਂ ਗੁਰਬਾਣੀ ਦਾ ਕਥਨ ਆ, ਕਹਿੰਦੇ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ। ਇਹ ਕਿਸ ਤਰ੍ਹਾਂ, ਕਿਉਂਕਿ ਇਹਨਾਂ ਨੂੰ ਚਾਹਣ ਵਾਲੇ ਦੁਨੀਆ ਭਰ ਦੇ ਵਿੱਚ ਬੈਠੇ ਨੇ। ਇੰਨੀ ਵੱਡੀ ਆਵਾਜ਼ ਜਿਹੜੀ ਸਟੇਜ 'ਤੇ ਵੀ ਜਾਂਦੇ ਸੀ। ਤੇ ਖੈਰ ਚਲੋ ਪਰਮਾਤਮਾ ਦੀ ਕਿਰਪਾ ਨਾਲ ਜਿਵੇਂ ਗੋਲਡੀ ਨੇ ਦੱਸਿਆ ਨਾਲ ਰਹੇ ਨੇ, ਮੈਂ ਵੀ ਕਾਫੀ ਸਮਾਂ ਉਹਨਾਂ ਨਾਲ ਕੰਮ ਕੀਤਾ ਤੇ ਪਰ ਹਮੇਸ਼ਾ ਸਿੱਖੀ ਦਾ ਸੀ। ਹਰੇਕ ਸਟੇਜ 'ਤੇ ਉਹਨਾਂ ਦੀ ਇੰਨੀ ਬੁਲੰਦ ਆਵਾਜ਼ ਔਰ ਹਰੇਕ ਸਟੇਜ 'ਤੇ ਉਹਨਾਂ ਦੀ ਜਿਹੜੀ ਐਸੀ ਛਾਪ ਛੱਡਦੇ ਸੀ। ਅੱਜ ਕੱਲ੍ਹ ਦੇ ਮੁੰਡੇ ਜਿਹੜੇ ਨਵੇਂ ਗਾਉਣ ਵਾਲੇ ਨੇ ਇਹ ਸੋਚਦੇ ਰਹਿ ਜਾਂਦੇ ਸੀ ਵੀ ਮਨਾ ਐਡਾ ਵੱਡਾ ਗਵਈਆ ਗਾ ਗਿਆ, ਅਸੀਂ ਕੀ ਗਾਵਾਂਗੇ ਹੁਣ। ਬਕਾਇਦਾ ਸਿੱਖੇ ਹੋਏ ਸਰਦਾਰ ਜਸਵੰਤ ਸਿੰਘ ਭਵਰਾ ਜੀ ਤੋਂ ਇਹਨਾਂ ਨੇ ਬੜਾ ਲੰਮਾ ਸਮਾਂ ਸਿੱਖਿਆ ਔਰ ਇੰਨੀ ਸੰਗੀਤ ਦੀ ਤਾਲੀਮ ਲਈ ਔਰ ਇੰਨੀ ਜਾਣਕਾਰੀ ਸੀ। ਤੁਸੀਂ ਦੇਖਿਆ ਫਿਲਮਾਂ ਦੇ ਵਿੱਚ ਗਾਇਆ, ਦੇਸ਼ਾਂ ਤੋਂ ਦੁਨੀਆ ਦਾ ਕੋਈ ਦੇਸ਼ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਨਹੀਂ ਗਾਇਆ। ਉਹਨਾਂ ਨੂੰ ਪਿਆਰ ਕਰਨ ਵਾਲੇ ਇੰਨੇ ਵੱਡੇ ਸਦਮੇ ਦੇ ਵਿੱਚ ਨੇ ਕਿ ਇਹੋ ਜਿਹਾ ਫਨਕਾਰ ਸੱਭਿਆਚਾਰ ਦਾ ਵਿਹੜਾ ਜਿਹੜਾ ਉਹ ਸੁੰਨਾ ਹੋ ਗਿਆ। ਸੋ ਕਿਸ ਤਰ੍ਹਾਂ ਦਾ ਲੱਗਦਾ ਗੋਲਡੀ ਜੀ ਅੱਜ ਉਹ ਸਾਡੇ ਵਿੱਚ ਨਹੀਂ ਨੇ? ਕਿਉਂਕਿ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਲੈਜੈਂਡ ਨੈਵਰ ਡਾਈ, ਬੇਸ਼ੱਕ ਉਹ ਅੱਜ ਸਾਡੇ ਵਿੱਚ ਨਹੀਂ ਨੇ ਪਰ ਉਹਨਾਂ ਨੂੰ ਹਰ ਕੋਈ ਅੱਜ ਲਾਈਵ ਮਹਿਸੂਸ ਕਰ ਰਿਹਾ ਹੈ। ਉਹਨਾਂ ਦੀ ਆਵਾਜ਼ ਉਸ ਤਰ੍ਹਾਂ ਹੀ ਜਿਉਂਦੀ ਰਹੂਗੀ ਕਿਉਂਕਿ ਗਾਣੇ ਹੀ ਉਹਨਾਂ ਨੇ ਇੰਡਸਟਰੀ ਨੂੰ ਇੰਨੇ ਵੱਡੇ ਵੱਡੇ ਦਿੱਤੇ ਨੇ। ਸੋ ਤੁਸੀਂ ਉਹਨਾਂ ਨਾਲ ਹਰ ਪਲ ਹੰਡਾਇਆ, ਹਰ ਪਲ ਜਿਉਇਆ। ਸੋ ਇਹ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਉਹਨਾਂ ਦੀ ਰੂਟੀਨ ਵਗੈਰਾ ਸੈੱਟ ਸੀਗੀ ਸਾਰੀ, ਮਤਲਬ ਐਦਾਂ ਕੋਈ ਖਾਣ ਪੀਣ 'ਚ ਤਾਂ ਨਹੀਂ? ਖਾਣ ਪੀਣ ਦੇ ਤਾਂ ਇੰਨੇ ਕੁ ਉਹ ਆਪਣੇ ਆਪ ਨੂੰ ਰੱਖਦੇ ਸੀ। ਕਦੇ ਉਹਨਾਂ ਨੇ ਪਾਣੀ ਵੀ ਸੋਚ ਕੇ ਪੀਣਾ ਵੀ ਇਹ ਮੈਨੂੰ ਠੰਡਾ ਪੀਣਾ ਚਾਹੀਦਾ ਜਾਂ ਨਹੀਂ। ਅਸੀਂ ਕਿਤੇ ਫੰਕਸ਼ਨ 'ਤੇ ਜਾਣਾ, ਕਿਤੇ ਟੇਬਲ ਦੇ ਉੱਤੇ ਕੋਲਡ ਡਰਿੰਕ ਰੱਖ ਦੇਣੀ ਤਾਂ ਉਹਨਾਂ ਨੇ ਕਹਿਣਾ ਨਹੀਂ ਅਸੀਂ ਕੋਲਡ ਡਰਿੰਕ ਨਹੀਂ ਪੀਣੀ ਹੈਗੀ। ਖਾਣ ਪੀਣ ਦਾ ਤਾਂ ਬਹੁਤ ਹੀ ਜ਼ਿਆਦਾ ਧਿਆਨ ਰੱਖਦੇ ਸੀ, ਕੋਈ ਇੱਦਾਂ ਦੀ ਗੱਲ ਨਹੀਂ ਸੀ ਉਹਨਾਂ ਦੀ। ਪਰ ਜਿਹੜੀ ਕੁਦਰਤ ਨੇ ਲਿਖਤੀ ਆ ਲਿਖਤ, ਉਹਨੂੰ ਆਪਾਂ ਟਾਲ ਨਹੀਂ ਸਕਦੇ। ਉਹ ਚੀਜ਼ ਤਾਂ ਹੋ ਕੇ ਰਹਿਣੀ ਹੈ, ਚਾਹੇ ਆਪਾਂ ਜਿੰਨਾ ਮਰਜ਼ੀ ਆਪਣਾ ਪਰਹੇਜ਼ ਕਰ ਲਈਏ। ਜਿਹੜਾ ਉਹਨੇ ਜੁਗਤ ਬਣਾਈ ਹੈ ਉਹ ਤਾਂ ਆਨੇ ਬਹਾਨੇ ਕਿਤੇ ਨਾ ਕਿਤੇ ਉਹਨੇ ਆਪਣਾ ਕਰ ਹੀ ਜਾਣਾ ਤਾਂ। ਸੋ ਪਰਿਵਾਰ 'ਚ ਕੌਣ ਕੌਣ ਹੈ ਉਹਨਾਂ ਦੇ ਔਰ ਇਸ ਟਾਈਮ ਉਹਨਾਂ ਦੀ ਵਾਈਫ ਦਾ ਕੀ ਹਾਲ ਹੈ? ਬੀਜੀ ਨੇ ਸਾਡੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਜੀ ਇਸ ਟਾਈਮ। ਵਿਚਾਰੇ ਸਵੇਰ ਦੇ ਰੋਈ ਜਾ ਰਿਹਾ, ਸਾਥੋਂ ਤਾਂ ਦੇਖੇ ਨਹੀਂ ਜਾਂਦੇ ਹੈਗੇ। ਬਾਕੀ ਪਰਿਵਾਰ ਦੇ ਵਿੱਚ ਉਹਨਾਂ ਦੇ 2 ਬੇਟੀਆਂ ਨੇ, 2 ਬੇਟੇ ਨੇ ਤੇ ਇੱਕ ਵੱਡੇ ਭਾਜੀ ਸਾਡੇ ਮਨਿੰਦਰ ਭਾਜੀ ਨੇ, ਉਹ ਅੰਦਰ ਬੈਠੇ ਆ। ਉਹ ਵੀ ਬਹੁਤ ਪਰੇਸ਼ਾਨ ਨੇ ਕਿ ਸਾਡੇ ਨਾਲ ਕੀ ਹੋ ਗਿਆ, ਕਿਉਂਕਿ ਇਹ ਘਾਟਾ ਜਿਹੜਾ ਪੈ ਗਿਆ ਇਹਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਸਾਰਾ ਪਰਿਵਾਰ ਉਹਨਾਂ ਦੇ ਸਿਰ 'ਤੇ ਸੀ ਤੇ ਕਦੇ ਫਿਕਰ ਨਹੀਂ ਸੀ ਕਿਸੇ ਚੀਜ਼ ਦਾ ਉਹਨਾਂ ਦੇ ਨਾਲ ਰਹਿੰਦਿਆਂ ਹੋਇਆਂ। ਤੇ ਛੋਟਾ ਬੇਟਾ ਜੀ ਕਾਕਾ ਸਿਮਰਨ, ਤੇ ਉਹ ਕੱਲ੍ਹ ਹੀ ਅਜੇ ਉਹਨਾਂ ਨੂੰ ਕੋਈ ਅਰਜੈਂਟ ਕੰਮ ਸੀਗਾ, ਕੈਨੇਡਾ ਤੋਂ ਸੀ ਉਹ ਆਏ ਹੋਏ ਤੇ ਉਹਨਾਂ ਨੂੰ ਕੋਈ ਕੰਮ ਸੀ। ਕਹਿੰਦੇ ਮੈਂ 2 ਦਿਨ ਤੱਕ ਵਾਪਸ ਆ ਜਾਊਂਗਾ, ਕੋਈ ਗੱਲ ਨਹੀਂ, ਮੈਨੂੰ ਕੰਮ ਘਰੇ ਆਉਣ ਤੋਂ। ਕੋਈ ਪਤਾ ਨਹੀਂ ਸੀ ਆਹ ਚੀਜ਼ ਦਾ ਵੀ ਇਸ ਤਰ੍ਹਾਂ ਹੋ ਜਾਣਾ। ਉਹਨਾਂ ਨੇ ਆਉਣਾ ਸੀ ਵਾਪਸ, ਪਰ ਜਦੋਂ ਕੱਲ੍ਹ ਸ਼ਾਮ ਨੂੰ ਇੱਥੋਂ ਗਏ ਆ ਉਹ, ਅੱਜ ਸਵੇਰੇ 7 ਵਜੇ ਉਹਨਾਂ ਦੀ ਫਲਾਈਟ ਸੀ। ਅੱਜ ਸਵੇਰੇ ਅਰਲੀ ਮਾਰਨਿੰਗ ਜਿਹੜਾ 7 ਵਜੇ ਦੀ ਫਲਾਈਟ ਸੀ, 6:30 ਵਜੇ ਆਪਾਂ ਨੂੰ ਇਹ ਖਬਰ ਜਿਹੜੀ ਮਿਲੀ ਆ ਮੰਦਭਾਗੀ ਕਿ ਉਸਤਾਦ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਆ। ਪਰ ਉਹਨੇ ਅਫਸੋਸ ਇਸ ਗੱਲ ਦਾ ਕਿ ਜਿਵੇਂ ਆਪਾਂ ਦਿੱਲੀ ਪਹੁੰਚ ਕੇ ਕਾਲ ਕਰਦੇ ਆ ਨਾ ਆਪਣੀ ਫੈਮਿਲੀ ਨੂੰ ਵੀ ਘਰੇ ਪੁੱਛ ਲਵਾਂ ਵੀ ਮੈਂ ਪਹੁੰਚ ਗਿਆ ਜਾਂ ਪੁੱਛ ਲਵਾਂ ਘਰੇ ਸਭ ਠੀਕ ਆ। ਪਤਾ ਵੀ ਸੀ ਉਹਨਾਂ ਨੂੰ ਡੈਡੀ ਇੰਨੀ ਤਬੀਅਤ ਖਰਾਬ ਆ, ਪਰ ਉਹਨਾਂ ਨੇ ਦਿੱਲੀ ਜਾ ਕੇ ਕਾਲ ਨਹੀਂ ਕੀਤੀ ਕੋਈ। ਉਹਨਾਂ ਕੋਲ ਫੋਨ ਸੀਗਾ ਬਟ ਉਹ ਫੋਨ ਅਵੇਲੇਬਲ ਨਹੀਂ ਸੀ, ਉਹ ਵਾਈਫਾਈ ਨਾਲ ਕੰਟੈਕਟ ਹੋਣਾ ਸੀਗਾ। ਹੁਣ ਉਹਨਾਂ ਨੂੰ ਮੈਸੇਜ ਤਾਂ ਛੱਡਿਆ ਹੋਇਆ ਬਟ ਉਹ ਚਲੇ ਗਏ ਨੇ ਇੱਥੋਂ। ਅੱਛਾ, ਉਹਨਾਂ ਤੱਕ ਹਜੇ ਇਨਫੋਰਮੇਸ਼ਨ ਨਹੀਂ ਗਈ? ਉਹਨਾਂ ਤੱਕ ਹਜੇ ਇਨਫੋਰਮੇਸ਼ਨ ਨਹੀਂ ਗਈ। ਉਹ ਫਲਾਈਟ ਉਹਨਾਂ ਦੀ ਹੋ ਗਈ ਸੀ, ਇੱਥੋਂ ਚਲੀ ਗਈ ਸੀਗੀ ਤੇ ਹੁਣ ਉਹ ਫਲਾਈਟ 'ਚ ਉਹਨਾਂ ਨੂੰ ਹਜੇ ਤੱਕ ਕੋਈ ਮੈਸੇਜ ਨਹੀਂ ਗਿਆ। 9 ਘੰਟੇ ਬਾਅਦ ਉਹਨਾਂ ਦੀ ਫਲਾਈਟ ਕਿਤੇ ਟੇਕ ਓਵਰ ਹੋਣਾ, ਉਹਨਾਂ ਦਾ ਜਿਹੜਾ ਜਹਾਜ਼ ਕਿਤੇ ਰੁਕੂਗਾ, ਬ੍ਰੇਕ ਆ ਉਹਨਾਂ ਦੀ, ਉੱਥੇ ਅਸੀਂ ਮੈਸੇਜ ਦਿੱਤਾ ਆ ਵੀ ਇਮੀਡੀਏਟਲੀ ਇਸ ਬੇਟੇ ਨੂੰ ਉਹਨਾਂ ਦੇ ਨੂੰ ਮੈਸੇਜ ਦੇ ਦਿਓ ਵੀ ਘਰ ਫੋਨ ਕਰ ਲੈਣ। ਦੱਸਿਆ ਉਹਨਾਂ ਨੂੰ ਨਹੀਂ, ਉਦੋਂ ਫੋਨ ਕਰਨਗੇ ਤਾਂ ਫਿਰ ਉੱਥੋਂ ਯੂ ਟਰਨ ਲੈਣਗੇ, ਉਹ ਦੁਬਾਰਾ ਉੱਥੋਂ ਫਲਾਈਟ ਲੈ ਕੇ ਵਾਪਸ ਆਉਣਗੇ ਤੇ ਉਸ ਤੋਂ ਬਾਅਦ ਘਰ ਦੀਆਂ ਜਿਹੜੀਆਂ ਬਾਅਦ ਦੀਆਂ ਰਸਮਾਂ ਨੇ ਉਹਨਾਂ ਦੇ ਆਉਣ ਤੋਂ ਬਾਅਦ ਹੋਣਗੀਆਂ। ਇੱਕ ਬੇਟੀ ਆ ਉਹਨਾਂ ਦੀ ਜਿਹੜੀ ਅਮਰੀਕਾ ਆ, ਵੱਡੀ ਭੈਣ ਸਾਡੀ, ਤੇ ਉਹਨਾਂ ਨੂੰ ਵੀ ਦੱਸਿਆ ਗਿਆ, ਉਹਨਾਂ ਨੇ ਵੀ ਹਜੇ ਉੱਥੋਂ ਚੱਲਣਾ ਆ ਬਟ ਉੱਧਰ ਹੁਣ ਰਾਤ ਹੈ ਤੇ ਉਹ ਸਵੇਰੇ ਦੱਸਣਗੇ ਸਾਨੂੰ ਉੱਧਰੋਂ ਵੀ ਉਹਨਾਂ ਦਾ ਕਿਵੇਂ ਪ੍ਰੋਗਰਾਮ ਬਣਦਾ, ਕਿਉਂ ਰਾਤ ਨੂੰ ਕੁਝ ਨਹੀਂ ਹੋ ਸਕਦਾ। ਇਹਨਾਂ ਸਾਰਿਆਂ ਨਾਲ ਸਲਾਹ ਕਰਨ ਤੋਂ ਬਾਅਦ ਸਾਡਾ ਅਗਲਾ ਸਟੈਪ ਹੋਊ, ਜੋ ਰੀਤੀ ਰਸਮਾਂ ਜਿਹੜੀਆਂ ਨੇ ਸਾਡੀਆਂ ਰਸਮੋ ਰਿਵਾਜ ਜਿਹੜੇ ਬਣੇ ਹੋਏ ਨੇ ਦੁਨੀਆ ਦੇ, ਉਹ ਨਿਭਾਏ ਜਾਣਗੇ
ਤੇ ਫਿਰ ਸਾਰਿਆਂ ਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ, ਉਹਨਾਂ ਦੇ ਫੈਨਸ ਨੂੰ ਸਾਰਿਆਂ ਨੂੰ, ਤੇ ਵੀ ਆਪਾਂ ਰਲ ਮਿਲ ਕੇ ਸਾਰਿਆਂ ਨੂੰ ਉਹਨਾਂ ਨੂੰ ਆਖਰੀ ਵਿਦਾਇਗੀ ਦੇਣੀ ਹੈ। ਬਿਲਕੁਲ, ਬੱਚਿਆਂ ਦਾ ਇੰਤਜ਼ਾਰ ਕਰਕੇ ਹੀ ਸੰਸਕਾਰ ਕੀਤਾ ਜਾਏਗਾ। ਫਿਲਹਾਲ ਤਾਂ ਅਸੀਂ ਇੰਤਜ਼ਾਰ ਕਰ ਰਹੇ ਹਾਂ ਜੀ, ਤੇ ਵੱਡੀ ਭੈਣ ਨੂੰ ਪੁੱਛਦੇ ਹਾਂ ਅੱਜ ਰਾਤ ਨੂੰ ਉਹਨਾਂ ਦਾ, ਕਿਉਂਕਿ ਉਧਰ ਜਦੋਂ ਦਿਨ ਚੜੂਗਾ ਪਤਾ ਲੱਗ ਜੂਗਾ ਵੀ ਉਹ ਕੀ ਕਹਿ ਰਹੇ ਆ ਸਾਨੂੰ। ਉਸ ਤੋਂ ਬਾਅਦ ਅਸੀਂ ਬੈਠ ਕੇ ਇੱਕ ਵਾਰ ਰਾਤ ਨੂੰ ਸਲਾਹ ਕਰਾਂਗੇ, ਸਾਰੇ ਜਾਣੇ ਸਲਾਹ ਕਰਨ ਤੋਂ ਬਾਅਦ ਫਿਰ ਦੱਸਾਂਗੇ ਵੀ ਸਾਡਾ ਨੈਕਸਟ ਜੋ ਵੀ ਸਾਡਾ ਹੈਗਾ ਪ੍ਰੋਗਰਾਮ, ਸਾਰਿਆਂ ਨੂੰ ਅਸੀਂ ਨਾਲ ਦੀ ਨਾਲ ਹੀ ਦੱਸ ਦਿੰਦੇ। ਸੋ ਗਲਾ ਭਰ ਰਹੇ ਹੋ ਤੁਸੀਂ ਵੀ, ਬੜਾ ਦੁੱਖ ਹੈ ਸਾਨੂੰ ਸਾਰਿਆਂ ਨੂੰ ਆ ਦੇਖ ਰਹੇ ਹਾਂ। ਬਿਲਕੁਲ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤੁਹਾਨੂੰ ਕੀ ਦੱਸਾਂ ਜੀ, ਮੈਂ ਤਾਂ ਬਚਪਨ ਤੋਂ ਹੀ ਅਸੀਂ ਸਾਡੀ ਕਲਾਸ ਇਕੱਠੀ ਲੱਗਦੀ ਹੁੰਦੀ ਸੀ, ਅਸੀਂ ਸਿੱਖਦੇ ਹੁੰਦੇ ਸੀ। ਜਦੋਂ ਸਾਡਾ ਉਸਤਾਦ ਇੱਕੋ ਹੀ ਹੈ, ਮੇਰੇ ਵੱਡੇ ਗੁਰੂ ਭਾਈ ਸੀਗੇ। ਇਹ ਗੱਲ ਹੈਗੀ 1975 ਦੀ, ਜਦੋਂ ਅਸੀਂ ਜਸਵੰਤ ਸਿੰਘ ਭਵਰਾ ਸਾਹਿਬ ਜੀ ਸਾਡੇ ਗੁਰੂ ਜੀ, ਸਾਡੀ ਕਲਾਸ ਲੱਗਦੀ ਹੁੰਦੀ ਸੀ। ਸਰਦੂਲ ਸਿਕੰਦਰ, ਲਾਭ ਜੰਜੂਆ, ਹੰਸਰਾਜ ਸਾਡੇ ਨਾਲ ਬੈਠਦੇ ਹੁੰਦੇ ਸੀ। ਮੇਰੇ ਕੋਲ ਪੁਰਾਣੀਆਂ ਫੋਟੋਜ਼ ਵੀ ਨੇ ਉਹਨਾਂ ਦੀਆਂ। ਮੈਂ ਜ਼ਰੂਰ ਕਹੂੰਗੀ ਕਿ ਇੱਕ ਵਾਰ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ। ਦੇਖੋ, ਮਤਲਬ ਕਿ ਇਹ ਤਸਵੀਰਾਂ ਦਿਖਾ ਦਿਓ। ਸਿੱਖਦੇ ਹੁੰਦੇ ਸੀ। ਇਹ ਹੰਸਰਾਜ ਜੀ ਬੈਠੇ ਫੋਨ ਨੇ, ਇੱਥੇ ਕਰੋ। ਸਾਡੇ ਉਸਤਾਦ ਜੀ ਬੈਠੇ ਨੇ, ਮੈਂ ਬੈਠਾ, ਸਰਦੂਲ ਸਿਕੰਦਰ ਜੀ ਬੈਠੇ ਨੇ, ਤੇ ਆ ਭਾਜੀ ਬੈਠੇ ਨੇ। ਆ ਮੈਨੂੰ ਆ ਸਾਡੇ ਹੰਸਰਾਜ ਜੀ ਉਸਤਾਦ ਜੀ ਸਾਡੇ ਭਾਜੀ, ਮੈਂ, ਸਰਦੂਲ ਜੀ, ਸਾਡੀ ਕਲਾਸ ਇਕੱਠੀ ਲੱਗਦੀ ਹੁੰਦੀ ਸੀ, ਸਿੱਖਦੇ ਹੁੰਦੇ ਸੀ। ਤੇ ਬੜੀਆਂ ਯਾਦਾਂ ਬਹੁਤ ਨੇ ਉਹਨਾਂ ਦੀਆਂ। ਬਸ ਹੁਣ ਬਸ ਮਨ ਬਹੁਤ ਵਾਕਈ ਸਾਡਾ ਭਰਿਆ ਹੈ ਜੀ ਇਸ ਵੇਲੇ। ਹੁਣ ਕੁਝ ਕਹਿ ਨਹੀਂ ਹੋ ਰਿਹਾ, ਮੇਰੇ ਕੋਲ ਲਫ਼ਜ਼ ਨਹੀਂ ਹੈਗੇ, ਮੈਂ ਕੀ ਕਹਾਂ। ਬਹੁਤ ਜ਼ਿਆਦਾ ਘਾਟਾ ਪਿਆ ਸਾਨੂੰ। ਸੋ ਹਰ ਕਿਸੇ ਦੀਆਂ ਅੱਖਾਂ ਨਮ ਨੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਗੋਲਡੀ ਜੀ ਨੇ ਦੱਸੀ ਕਿ ਬੱਚੇ ਇੱਥੇ ਹੈ ਨਹੀਂ ਉਹਨਾਂ ਦੇ, ਔਰ ਬੱਚਿਆਂ ਦਾ ਇੰਤਜ਼ਾਰ ਕਰਕੇ ਹੀ ਜਿਹੜੀਆਂ ਅਗਲੇ ਰਸਮਾਂ ਨੇ ਉਹਨਾਂ ਨੂੰ ਕੰਟੀਨਿਊ ਕੀਤਾ ਜਾਏਗਾ, ਕਿਉਂਕਿ ਇਸ ਤੋਂ ਵੱਡਾ ਘਾਟਾ ਹੋਰ ਕੀ ਹੋ ਸਕਦਾ ਕਿ ਬੱਚੇ ਐਟ ਦ ਐਂਡ, ਯਾਨੀ ਕਿ ਲਾਸਟ ਪੁਆਇੰਟ 'ਤੇ ਵੀ ਆਪਣੇ ਪਿਤਾ ਦੇ ਦਰਸ਼ਨ ਨਹੀਂ ਕਰ ਪਾਏ। ਸੋ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ।